ਕੋਰੋਨੋਪਿਲ ਜਿਹੜੀ ਅਸੀਂ ਲਾਂਚ ਕਰ ਰਹੇ ਹਾਂ ਨਾ ਤੇ ਇਹ ਆਯੁਰਵੈਦਿਕ ਹੈ ਤੇ ਨਾ ਇਹ ਐਲੋਪੈਥੀ ਹੈ ਨਾ ਇਹ ਹੋਮਿਓਪੈਥੀ ਹੈ। ਇਹ ਬੇਸਿਕਲੀ ਕੋਰੋਨੋਪਿਲ ਜਿਹੜੀ ਹੈ ਇਹ ਨਿਊਟਰਾਸਿਊਟੀਕਲ ਹੈ। ਤਕਰੀਬਨ ਸਾਰੇ ਜਿਹੜੇ ਨੇ ਸ਼ਕਤੀ ਵਰਧਕ ਦੇ ਵਿੱਚ ਆਉਂਦੇ ਨੇ, ਇਮਿਊਨਿਟੀ ਬੂਸਟਰਸ ਆਉਂਦੇ ਨੇ। ਫਿਰ ਆਯੂਸ਼ ਕਾੜਾ ਜਿਹੜਾ ਆਯੂਸ਼ ਦਾ ਅਪਰੂਵਡ ਹੈ, ਦੈਟ ਇਜ਼ ਗਿਲੋਏ ਤੇ ਅਸ਼ਵਗੰਧਾ, ਉਹ ਵੀ ਇਹਦੇ 'ਚ ਪਾਇਆ। ਬਟ ਇਹਦੇ ਜਿਹੜੀ ਸੀ ਮੇਨ ਚੀਜ਼ ਪਾਈ ਹੈ ਉਹ ਹੈ ਰੈਸਵੈਰਾਟ੍ਰੋਲ। ਤੇ ਮੈਂ ਇਹਦੇ ਬਾਰੇ ਇਹ ਜ਼ਰੂਰ ਕਹਾਂਗਾ ਕਿ ਤੁਸੀਂ ਨੈਟ ਤੇ ਵੀ ਪੜ੍ਹੋ, ਇਹਨੂੰ ਪੜ੍ਹ ਕੇ ਫਿਰ ਇਸ ਨੂੰ ਯੂਜ਼ ਕਰੋ। ਦਿਸ ਇਜ਼ ਬੇਸਿਕਲੀ ਬੇਸਡ ਔਨ 1 2 3 ਫਾਰਮੂਲਾ। ਜਿਹਨੂੰ ਕਰੋਨਾ ਹੋ ਚੁੱਕਾ ਹੈ, ਵੀਕਨੈਸ ਹੈ, ਉਹਨੂੰ ਇਹਦੀਆਂ 2 ਟੈਬਲੇਟ ਲੈਣੀਆਂ ਪੈਣਗੀਆਂ, ਇੱਕ ਸਵੇਰੇ ਇੱਕ ਸ਼ਾਮੀ। ਲੇਕਿਨ ਜਿਹਨੂੰ ਕਰੋਨਾ ਹੈ ਉਹਨਾਂ ਨੂੰ ਇਹਦੀਆਂ 3 ਟੈਬਲੇਟ, ਇੱਕ ਸਵੇਰੇ ਇੱਕ ਦੁਪਹਿਰ ਤੇ ਇੱਕ ਸ਼ਾਮ ਲੈਣੀਆਂ ਪੈਣਗੀਆਂ ਕਿ 98% ਰੈਪਲੀਕੇਸ਼ਨ ਰੋਕ ਦਿੰਦੀ ਹੈ। ਕਿ ਸਰਦੀਆਂ ਜਿਹੜੀਆਂ ਉਹ ਆਉਣ ਤੇ ਸਰਦੀਆਂ ਜਿਹੜੀਆਂ ਉਹ ਜਾਣ ਤੇ ਹੀ ਠੰਡ ਲੱਗਦੀ ਹੈ। ਕਿਉਂਕਿ ਅਣਗਹਿਲੀ ਜਿਹੜੀ ਹੈ ਉਹ ਸਰਦੀ ਦੇ ਆਉਂਦਿਆਂ ਅਸੀਂ ਕਰਦੇ ਹਾਂ ਜਾਂ ਸਰਦੀ ਤੇ ਜਾਣ ਤੋਂ ਬਾਅਦ ਕਰਦੇ ਹਾਂ। ਕੋਰੋਨਾ ਜਦੋਂ ਆਉਂਦਾ ਹੈ ਉਹ ਇਸ ਹਿਸਾਬ ਨਾਲ ਆਉਂਦਾ ਹੈ ਕਿਉਂਕਿ ਅਸੀਂ ਅਣਗਹਿਲੀ ਕਰ ਚੁੱਕੇ ਹੁੰਦੇ ਹਾਂ। ਜੇ ਅਸੀਂ ਲੋਕ ਆਪਣਾ ਧਿਆਨ ਨਹੀਂ ਰੱਖਾਂਗੇ, ਅਸੀਂ ਲੋਕ ਪੂਰੀ ਕੇਅਰਸ ਨਹੀਂ ਕਰਾਂਗੇ, ਮਾਸਕ ਨਹੀਂ ਲਗਾਵਾਂਗੇ, ਡਿਸਟੈਂਸਿੰਗ ਨਹੀਂ ਕਰਾਂਗੇ, ਤੇ ਮੰਨ ਕੇ ਚਲੋ ਕਰੋਨਾ ਗਿਆ ਨਹੀਂ, ਕਰੋਨਾ ਛੁੱਟੀਆਂ ਤੇ ਗਿਆ। ਲੇਕਿਨ ਜੇ ਕਰੋਨਾ ਖਤਮ ਕਰਨਾ ਹੈ, ਇਹਦੇ ਵਾਸਤੇ ਸਿਰਫ ਇਹ ਗੋਲੀਆਂ ਹੀ ਕੁਝ ਨਹੀਂ ਕਰ ਸਕਦੀਆਂ, ਸਾਨੂੰ ਆਪ ਨੂੰ ਵੀ ਕਰਨਾ ਪਏਗਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਪਿਛਲੇ ਸਾਲ ਜਦੋਂ ਕਰੋਨਾ ਮਹਾਮਾਰੀ ਨੇ ਦੇਸ਼ ਵਿੱਚ ਦਸਤਕ ਦਿੱਤੀ ਸੀ, ਉਦੋਂ ਦਾ ਹੀ ਲੋਕਾਂ ਨੂੰ ਇੱਕੋ ਹੀ ਡਰ ਸਤਾਉਂਦਾ ਹੈ ਕਿ ਕਿਸ ਤਰੀਕੇ ਨਾਲ ਲੋਕ ਇਸ ਮਹਾਮਾਰੀ ਤੋਂ ਬਚੇ ਰਹਿਣ। ਇਸੇ ਦੇ ਚੱਲਦੇ ਲੋਕਾਂ ਵੱਲੋਂ ਜਿਹੜੀਆਂ ਵੱਖ-ਵੱਖ ਜਿਹੜੀਆਂ ਨੇ ਦਵਾਈਆਂ, ਉਸ ਤੋਂ ਇਲਾਵਾ ਹੋਮ ਰੈਮੀਡੀਜ਼ ਵੀ ਜਿਹੜੀਆਂ ਟਰਾਈ ਕੀਤੀਆਂ ਜਾਂਦੀਆਂ ਨੇ ਤਾਂ ਜੋ ਜਿਹੜੀ ਹੈ ਇਸ ਬਿਮਾਰੀ ਤੋਂ ਸੁਰੱਖਿਅਤ ਰਹਿ ਸਕਣ, ਆਪਣੀ ਇਮਿਊਨਿਟੀ ਜਿਹੜੀ ਹੈ ਉਸ ਨੂੰ ਸਟਰੋਂਗ ਰੱਖ ਸਕਣ। ਫਿਲਹਾਲ ਜਿਹੜਾ ਹੈ ਕਰੋਨਾ ਦੀ ਪਹਿਲੀ ਲਹਿਰ ਆਈ, ਦੂਜੀ ਲਹਿਰ ਹੁਣੇ ਤੋਂ ਹੀ ਜਿਹੜੀ ਹੈ ਤੀਜੀ ਲਹਿਰ ਨੂੰ ਵੀ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਸ ਸਮੇਂ ਦੇ ਦੌਰਾਨ ਕਰੋਨਾ ਦੇ ਕੇਸਿਸ ਜਿਹੜੇ ਨੇ ਭਾਵੇਂ ਘਟਨੇ ਸ਼ੁਰੂ ਹੋ ਗਏ ਨੇ, ਪਰ ਲੋਕਾਂ ਦੇ ਮਨ ਦੇ ਵਿੱਚ ਡਰ ਹਮੇਸ਼ਾ ਇੱਕੋ ਹੀ ਬਣਿਆ ਰਹਿੰਦਾ ਹੈ ਕਿ ਉਹ ਕਿਸ ਤਰੀਕੇ ਨਾਲ ਇਸ ਮਹਾਮਾਰੀ ਤੋਂ ਬਚੇ ਰਹਿਣ, ਆਪਣੀ ਇਮਿਊਨਿਟੀ ਨੂੰ ਜਿਹੜਾ ਹੈ ਸਟਰੋਂਗ ਰੱਖ ਸਕਣ। ਤੇ ਇਸੇ ਦੇ ਚੱਲਦੇ ਇੱਕ ਜਿਹੜੀ ਰਾਹਤ ਵਾਲੀ ਖਬਰ ਹੋਰ ਸਾਹਮਣੇ ਆ ਰਹੀ ਹੈ ਕਿ RBA ਲਾਈਫ ਸਾਇੰਸਿਸ ਵੱਲੋਂ ਜਿਹੜੀ ਇੱਕ ਮੈਡੀਸਨ ਮਾਰਕੀਟ ਦੇ ਵਿੱਚ ਲਿਆਈ ਗਈ ਹੈ ਜਿਸ ਦਾ ਨਾਮ ਹੈ ਕੋਰੋਨੋਪਿਲ। ਤੇ ਬਿਲਕੁਲ ਇਹ ਮੈਡੀਸਨ ਦੇ ਨਾਲ ਇਹ ਮੈਡੀਸਨ ਜਿਹੜੀ ਹੈ ਲੋਕਾਂ ਲਈ ਕਰੋਨਾ ਤੋਂ ਲੜਨ ਦੇ ਵਿੱਚ ਕਾਰਗਰ ਸਾਬਤ ਹੋਏਗੀ। ਤੇ ਇਸੇ ਮੈਡੀਸਨ ਬਾਰੇ ਅਸੀਂ ਹੋਰ ਵੀ ਜਾਣਕਾਰੀ ਲਵਾਂਗੇ। ਸਾਡੇ ਨਾਲ ਮੌਜੂਦ ਨੇ RBA ਲਾਈਫ ਸਾਇੰਸਿਸ ਦੇ ਡਾਇਰੈਕਟਰ ਮਾਰਕੀਟਿੰਗ ਹੈਡ ਅਸ਼ਵਨੀ ਚਤਰਥ ਜੀ। ਤੇ ਸਰ, ਕਿਸ ਤਰੀਕੇ ਨਾਲ ਫਿਲਹਾਲ ਤਾਂ ਜਿਹੜੀ ਮੈਡੀਸਨ ਆਈ ਹੈ ਕੋਰੋਨੋਪਿਲ, ਤੇ ਇਸ ਨੂੰ ਲੈ ਕੇ ਦਾਅਵਾ ਵੀ ਇਹੀ ਹੋ ਰਿਹਾ ਕਿ ਇਹ ਜਿਹੜੀ ਮੈਡੀਸਨ ਹੈ ਲੋਕਾਂ ਲਈ ਕਾਰਗਰ ਸਾਬਤ ਹੋਏਗੀ ਟੂ ਫਾਈਟ ਅਗੇਂਸਟ ਕੋਵਿਡ ਦੇ ਵਿੱਚ। ਤੇ ਸਰ, ਇਹ ਮੈਡੀਸਨ ਜਦ ਕੋਈ ਵੀ ਮੈਡੀਸਨ ਹੁੰਦੀ ਹੈ ਉਸ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਆਉਂਦਾ ਹੈ ਕਿ ਮੈਡੀਸਨ ਐਲੋਪੈਥਿਕ ਹੈ, ਆਯੁਰਵੈਦਿਕ ਹੈ, ਹੋਮਿਓਪੈਥਿਕ ਹੈ ਜਾਂ ਕੀ ਹੈ। ਤੇ ਇਸ ਮੈਡੀਸਨ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਮੈਡੀਸਨ ਅਸਲ ਦੇ ਵਿੱਚ ਕਿਹੜੀ ਮੈਡੀਸਨ ਹੈ। ਮੈਡਮ, ਕੋਰੋਨੋਪਿਲ ਜਿਹੜੀ ਅਸੀਂ ਲਾਂਚ ਕਰ ਰਹੇ ਹਾਂ ਨਾ ਤੇ ਇਹ ਆਯੁਰਵੈਦਿਕ ਹੈ ਤੇ ਨਾ ਇਹ ਐਲੋਪੈਥੀ ਹੈ ਨਾ ਇਹ ਹੋਮਿਓਪੈਥੀ ਹੈ। ਇਹ ਬੇਸਿਕਲੀ ਕੋਰੋਨੋਪਿਲ ਜਿਹੜੀ ਹੈ ਇਹ ਨਿਊਟਰਾਸਿਊਟੀਕਲ ਹੈ। ਨਿਊਟਰਾਸਿਊਟੀਕਲ ਪ੍ਰੋਡਕਟਸ ਅਸੀਂ ਉਹ ਕਹਿੰਦੇ ਜਿਹੜੇ FSSAI ਦੇ ਅੰਡਰ ਆਉਂਦੇ ਨੇ, ਜਿਨ੍ਹਾਂ ਦਾ ਤਕਰੀਬਨ ਇਹ ਹੁੰਦਾ ਕਿ ਤਕਰੀਬਨ ਸਾਰੇ ਜਿਹੜੇ ਨੇ ਸ਼ਕਤੀ ਵਰਧਕ ਦੇ ਵਿੱਚ ਆਉਂਦੇ ਨੇ, ਇਮਿਊਨਿਟੀ ਬੂਸਟਰਸ ਆਉਂਦੇ ਨੇ। ਸੋ ਦਿਸ ਇਜ਼ ਨਿਊਟਰਾਸਿਊਟੀਕਲ ਬੇਸਿਕਲੀ। ਅਤੇ ਸਰ, ਜਦ ਇਸ ਮੈਡੀਸਨ ਨੂੰ ਲੈ ਕੇ ਗੱਲ ਹੋਈ ਹੈ, ਹਾਲੇ ਵੀ ਜਦ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਇਹੀ ਗੱਲ ਹੋ ਰਹੀ ਸੀ ਕਿ ਇਹ ਮੈਡੀਸਨ ਜਿਹੜੀ ਹੈ ਲੋਕਾਂ ਨੂੰ ਲੋਕਾਂ ਲਈ ਕਾਫੀ ਹੈਲਪਫੁਲ ਸਾਬਿਤ ਹੋਏਗੀ। ਫਿਰ ਚਾਹੇ ਇਮਿਊਨਿਟੀ ਬੂਸਟ ਰੱਖਣ ਦੀ ਗੱਲ ਹੋਵੇ ਜਾਂ ਫਿਰ ਇਸ ਕਰੋਨਾ ਤੋਂ ਜੰਗ ਲੜਨੀ ਹੋਵੇ, ਉਸ ਦੇ ਵਿੱਚ ਵੀ ਜਿਹੜੀ ਹੈ। ਤੇ ਇਸ ਦੇ ਵਿੱਚ ਕੀ ਕੁਝ ਜਿਹੜੇ ਇਹੋ ਜਿਹੇ ਇੰਗਰੀਡੀਐਂਟਸ ਨੇ, ਕਿਸ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਜੋ ਇਹ ਕਰੋਨਾ ਦੇ ਨਾਲ ਜੋ ਫਾਈਟ ਲੜਨ ਦੇ ਵਿੱਚ ਜਿਹੜੀ ਹੈ ਹੈਲਪਫੁਲ ਸਾਬਿਤ ਹੋਏਗੀ। ਮੈਡਮ, ਸਭ ਤੋਂ ਪਹਿਲੇ ਤਾਂ ਅਸੀਂ ਜਿਹੜੇ ਪੁਰਾਣੀ ਚੀਜ਼ ਯੂਜ਼ ਹੋ ਰਹੀ ਹੈ, ਤੁਲਸੀ, ਕਰਕਿਊਮਿਨ, ਹਲਦੀ ਜਿਹਨੂੰ ਕਹਿੰਦੇ ਆ, ਬਲੈਕ ਟੀ ਜਿਹਨੂੰ ਕਹਿੰਦੇ ਆ, ਜਿਹੜੀਆਂ ਟਾਈਮ ਟੈਸਟਡ ਚੀਜ਼ਾਂ ਨੇ ਉਹ ਤਾਂ ਇਹਦੇ 'ਚ ਪਾਈਆਂ ਹੀ ਨੇ। ਫਿਰ ਆਯੂਸ਼ ਕਾੜਾ ਜਿਹੜਾ ਆਯੂਸ਼ ਦਾ ਅਪਰੂਵਡ ਹੈ, ਦੈਟ ਇਜ਼ ਗਿਲੋਏ ਤੇ ਅਸ਼ਵਗੰਧਾ, ਉਹ ਵੀ ਇਹਦੇ 'ਚ ਪਾਇਆ।
ਜਦ ਕਿ ਅੱਜ ਤੱਕ ਜਿਹੜੀ ਫਾਈਟ ਹੋ ਰਹੀ, ਜਿਹੜੀ ਆਪਾਂ ਘਰਾਂ ਦੇ ਵਿੱਚ ਤਿਆਰ ਕਰ ਰਹੇ ਹਾਂ, ਕਾੜਾ ਪੀ ਕੇ ਉਹਨੂੰ ਬਚਾਅ ਕਰਦੇ, ਮੈਂ ਪਾਲ ਦੋ ਹਾਂ, ਉਹਦੇ ਨਾਲ ਬਚਾਅ ਹੋ ਰਿਹਾ ਲੋਕਾਂ ਦਾ, ਉਹਦਾ ਫਰਕ ਪੈ ਰਿਹਾ ਹੈ, ਲੋਕਾਂ ਨੂੰ ਇਮਿਊਨਿਟੀ ਬੂਸਟਰ ਉੱਥੋਂ ਬੂਸਟਿੰਗ ਮਿਲ ਰਹੀ ਹੈ। ਬਟ ਇਹਦੀ ਜਿਹੜੀ ਸੀ ਮੇਨ ਚੀਜ਼ ਪਾਈ ਹੈ ਉਹ ਹੈ ਰੈਸਵੈਰਾਟਰੋਲ। ਰੈਸਵੈਰਾਟਰੋਲ ਬੇਸਿਕਲੀ ਇਹ ਜੇ ਮੈਂ ਇਹਦੀ ਡਿਟੇਲ ਵਿੱਚ ਜਾਵਾਂਗਾ ਤੇ ਬਹੁਤ ਲੰਬੀ ਡਿਟੇਲ ਹੈ। ਰੈਸਵੈਰਾਟਰੋਲ ਜਿਹੜਾ ਹੈ ਐਂਟੀ ਕੋਵਿਡ ਹੈ, ਰੈਸਵੈਰਾਟਰੋਲ ਜਿਹੜਾ ਹੈ ਐਂਟੀ ਏजिंग ਹੈ, ਰੈਸਵੈਰਾਟਰੋਲ ਜਿਹੜਾ ਹੈ ਐਂਟੀ ਕੈਂਸਰ ਹੈ, ਔਰ ਕੀ ਐਂਟੀ ਹੈ ਮਤਲਬ ਇੰਨੀ ਡਿਟੇਲ ਮੈਂ ਦੇ ਸਕਦਾ, ਲੇਕਿਨ ਸਪੈਸ਼ਲੀ ਕਿਉਂਕਿ ਅਸੀਂ ਇਹਦਾ ਨਾਮ ਕਰੋਨੋਪਿਲ ਰੱਖਿਆ ਹੈ ਤੇ ਮੈਂ ਇਹਦੇ ਬਾਰੇ ਇਹ ਜ਼ਰੂਰ ਕਹਾਂਗਾ ਕਿ ਤੁਸੀਂ ਨੈੱਟ ਤੇ ਵੀ ਪੜ੍ਹੋ, ਇਹਨੂੰ ਪੜ੍ਹ ਕੇ ਫਿਰ ਇਸ ਨੂੰ ਯੂਜ਼ ਕਰੋ ਕਿ ਜਿਹੜਾ ਰੈਸਵੈਰਾਟਰੋਲ ਹੈ ਉਹ ਕਰੋਨਾ ਦੇ ਵਿੱਚ ਕਿੰਨਾ ਹੈਲਪਫੁਲ ਹੈ। ਕਰੋਨਾ ਪਿਲ ਦਾ ਮੈਂ ਤੁਹਾਨੂੰ ਸਾਰੀ ਚੀਜ਼ ਡਿਟੇਲ 'ਚ ਦੱਸ ਦਿੰਦਾ। ਦਿਸ ਇਜ਼ ਬੇਸਿਕਲੀ ਬੇਸਡ ਔਨ 1 2 3 ਫਾਰਮੂਲਾ। 1 2 3 ਇਜ਼ ਜਿਹੜੇ ਬੰਦੇ ਨੇ ਇਮਿਊਨਿਟੀ ਬੂਸਟਰ ਲੈਣਾ ਹੈ ਉਹ ਇਹਦੀ ਇੱਕ ਟੈਬਲੇਟ ਲਏਗਾ। ਜਿਹਨੂੰ ਕਰੋਨਾ ਹੋ ਚੁੱਕਾ ਹੈ, ਵੀਕਨੈਸ ਹੈ, ਉਹਨੂੰ ਇਹਦੀਆਂ 2 ਟੈਬਲੇਟ ਲੈਣੀਆਂ ਪੈਣਗੀਆਂ, ਇੱਕ ਸਵੇਰੇ ਇੱਕ ਸ਼ਾਮੀ। ਲੇਕਿਨ ਜਿਹਨੂੰ ਕਰੋਨਾ ਹੈ ਉਹਨਾਂ ਨੂੰ ਇਹਦੀਆਂ 3 ਟੈਬਲੇਟ, ਇੱਕ ਸਵੇਰੇ ਇੱਕ ਦੁਪਹਿਰ ਤੇ ਇੱਕ ਸ਼ਾਮ ਲੈਣੀਆਂ ਪੈਣਗੀਆਂ, ਔਰ 101% ਅਸਰ ਕਰਦੀ। ਲੇਕਿਨ ਮੈਂ ਇਹ ਗਰੰਟੀ ਨਹੀਂ ਲੈ ਸਕਦਾ ਕਿ ਵੀ ਇਹ ਕਰੋਨਾ ਨੂੰ ਠੀਕ ਕਰੇਗੀ, ਕਿਉਂਕਿ ਉਹਦੇ ਵਾਸਤੇ ਸਾਨੂੰ ਕਈ ਟੈਸਟ ਦੇ ਵਿੱਚੋਂ ਗੁਜ਼ਰਨਾ ਪਏਗਾ। ਲੇਕਿਨ ਮੈਂ ਇਹ ਗੱਲ ਜ਼ਰੂਰ ਕਰਨਾ ਕਿ ਤੁਸੀਂ ਰੈਸਵੈਰਾਟਰੋਲ ਬਾਰੇ ਪੜ੍ਹੋ। ਪੇਪਰਸ ਦੇ ਵਿੱਚ ਲਿਖਿਆ ਹੈ ਕਿ 98% ਰੈਪਲੀਕੇਸ਼ਨ ਰੋਕ ਦਿੰਦੀ ਹੈ। ਰੈਪਲੀਕੇਸ਼ਨ ਮਤਲਬ ਵਧਣ ਤੋਂ ਰੋਕ ਦਿੰਦੀ ਹੈ। ਕਰੋਨਾ ਹੋਰ ਅੱਗੇ ਨਹੀਂ ਵੱਧ ਸਕਦਾ, ਲੇਕਿਨ ਜਦੋਂ ਉਹਨੂੰ ਉੱਥੇ ਰੋਕ ਦਿੱਤਾ ਜਾਂਦਾ ਹੈ ਤੇ ਆਟੋਮੈਟਿਕਲੀ ਉਹ ਆਪਣੀ ਏਜ ਦੇ ਹਿਸਾਬ ਨਾਲ ਖਤਮ ਹੋ ਜਾਂਦਾ ਹੈ। ਬਿਲਕੁਲ ਸਰ, ਹਲੇ ਜਿਹੜੀ ਤੁਸੀਂ ਡੋਜ਼ ਨੂੰ ਲੈ ਕੇ ਪਹਿਲੇ ਜਾਣਕਾਰੀ ਦੇ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਜਿਹਨੂੰ ਕੋਵਿਡ ਨਹੀਂ ਹੋਇਆ ਉਹ ਵੀ ਖਾ ਸਕਦੇ ਨੇ, ਤੇ ਸਰ ਯਾਨੀ ਕਿ ਜਿਹੜੀ ਇਹ ਕਰੋਨੋਪਿਲ ਜਿਹੜੀ ਮੈਡੀਸਨ ਹੈ ਜਿਸ ਨੂੰ ਅਗਰ ਅਸੀਂ ਆਮ ਤੌਰ ਤੇ ਗੱਲ ਕਰੀਏ, ਜਦ ਕਰੋਨਾ ਮਹਾਮਾਰੀ ਨੇ ਦਸਤਕ ਦਿੱਤੀ ਸੀ ਉਦੋਂ ਦਾ ਹੀ ਹਰ ਕਿਸੇ ਨੂੰ ਡਰ ਸਤਾਉਂਦਾ ਹੈ ਕਿ ਉਸ ਕਰੋਨਾ ਮਹਾਮਾਰੀ ਤੋਂ ਬਚਿਆ ਰਹੇ। ਜਿਸ ਨੂੰ ਕਰੋਨਾ ਨਹੀਂ ਹੋਇਆ ਉਹ ਸੋਚਦਾ ਉਹ ਬਚਿਆ ਰਹੇ, ਜਿਸ ਨੂੰ ਹੋ ਜਾਂਦਾ ਉਹ ਸੋਚਦਾ ਉਹ ਜਲਦ ਤੋਂ ਜਲਦ ਰਿਕਵਰ ਹੋਵੇ, ਉਸ ਦੇ ਨਾਲ ਜੰਗ ਲੜ ਕੇ, ਤੇ ਜਿਸ ਨੂੰ ਉਸ ਤੋਂ ਬਾਅਦ ਹੋ ਕੇ ਠੀਕ ਹੋ ਜਾਂਦਾ ਹੈ। ਪੋਸਟ ਕੋਵਿਡ ਦੇ ਵਿੱਚ ਜਿਹੜਾ ਲੋਕਾਂ ਨੂੰ ਕਾਫੀ ਪਰੇਸ਼ਾਨ ਕਰਦਾ ਹੈ, ਕਾਫੀ ਪ੍ਰਭਾਵਿਤ ਕਰਦਾ ਹੈ, ਯਾਨੀ ਇਹ ਤਿੰਨਾਂ ਦੇ ਵਿੱਚ ਜਿਹੜਾ ਕਾਰਗਰ ਸਾਬਿਤ ਹੋਏਗੀ। ਕਲਪਨਾ ਜੀ, ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇਹਦੇ ਬਾਰੇ। ਬੜੀ ਪੁਰਾਣੀ ਜੀ ਕਹਾਵਤ ਹੈ ਕਿ ਸਰਦੀਆਂ ਜਿਹੜੀਆਂ ਉਹ ਆਉਣ ਤੇ ਸਰਦੀਆਂ ਜਿਹੜੀਆਂ ਉਹ ਜਾਣ ਤੇ ਹੀ ਠੰਡ ਲੱਗਦੀ ਹੈ। ਕਦੀ ਵੀ ਠੰਡ ਜਿਹੜੀ ਉਹ ਸਰਦੀਆਂ ਦੇ ਵਿੱਚ ਨਹੀਂ ਲੱਗਦੀ, ਕਿਉਂਕਿ ਅਣਗਹਿਲੀ ਜਿਹੜੀ ਹੈ ਉਹ ਸਰਦੀ ਦੇ ਆਉਂਦਿਆਂ ਅਸੀਂ ਕਰਦੇ ਹਾਂ ਜਾਂ ਸਰਦੀ ਤੇ ਜਾਣ ਤੋਂ ਬਾਅਦ ਕਰਦੇ ਹਾਂ, ਜਦੋਂ ਸਰਦੀਆਂ ਜਾ ਰਹੀਆਂ ਹੁੰਦੀਆਂ ਨੇ। ਸੇਮ ਮੈਂ ਕਹਾਂਗਾ ਇਹਦਾ ਐਗਜ਼ਾਮਪਲ ਜਿਹੜਾ ਉਹੀ ਕਰੋਨਾ ਦੇ ਵਿੱਚ ਹੈ। ਕਰੋਨਾ ਜਦੋਂ ਆਉਂਦਾ ਹੈ ਉਹ ਇਸ ਹਿਸਾਬ ਨਾਲ ਆਉਂਦਾ ਹੈ ਕਿਉਂਕਿ ਅਸੀਂ ਅਣਗਹਿਲੀ ਕਰ ਚੁੱਕੇ ਹੁੰਦੇ ਹਾਂ। ਹੁਣ ਜਿਹੜਾ ਕਰੋਨਾ ਜਾ ਰਿਹਾ ਹੈ ਉਹਨੂੰ ਵੀ ਅਸੀਂ ਪੂਰੇ ਧਿਆਨ ਰੱਖ ਕੇ ਤਾਂ ਹੀ ਜਾ ਸਕਦਾ ਹੈ। ਔਰ ਮੈਂ ਤਾਂ ਇਹ ਕਹਾਂਗਾ ਜੇ ਅਸੀਂ ਲੋਕ ਆਪਣਾ ਧਿਆਨ ਨਹੀਂ ਰੱਖਾਂਗੇ, ਅਸੀਂ ਲੋਕ ਪੂਰੀ ਕੇਅਰਸ ਨਹੀਂ ਕਰਾਂਗੇ, ਮਾਸਕ ਨਹੀਂ ਲਗਾਵਾਂਗੇ, ਡਿਸਟੈਂਸਿੰਗ ਨਹੀਂ ਕਰਾਂਗੇ, ਤੇ ਮੰਨ ਕੇ ਚਲੋ ਕਰੋਨਾ ਗਿਆ ਨਹੀਂ, ਕਰੋਨਾ ਛੁੱਟੀਆਂ ਤੇ ਗਿਆ, ਇਹ ਵਾਪਸ ਆ ਜਾਏਗਾ। ਲੇਕਿਨ ਜੇ ਕਰੋਨਾ ਖਤਮ ਕਰਨਾ ਹੈ ਇਹਦੇ ਵਾਸਤੇ ਸਿਰਫ ਇਹ ਗੋਲੀਆਂ ਹੀ ਕੁਝ ਨਹੀਂ ਕਰ ਸਕਦੀਆਂ, ਸਾਨੂੰ ਆਪ ਨੂੰ ਵੀ ਕਰਨਾ ਪਏਗਾ, ਆਪ ਨੂੰ ਵੀ ਧਿਆਨ ਰੱਖਣਾ ਪਏਗਾ, ਇੱਕ ਦੂਜੇ ਦਾ ਧਿਆਨ ਰੱਖਣਾ ਪਏਗਾ, ਸੋਸ਼ਲ ਡਿਸਟੈਂਸਿੰਗ ਕਰਨੀ ਪਏਗੀ, ਹੈਂਡ ਵਾਸ਼ ਕਰਨਾ ਪਏਗਾ, ਮਾਸਕ ਲਗਾਉਣਾ ਪਏਗਾ। ਇਹ ਤਿੰਨਾਂ ਦੇ ਵਿੱਚ ਹੀ ਕਾਰਗਰ ਸਾਬਿਤ ਹੋਏਗੀ। ਇਸੇ ਕਰਕੇ ਮੈਂ ਕਹਿ ਰਿਹਾ ਕਰੋਨੋਪਿਲ 1 2 3, 1 ਇਜ਼ ਬਿਫੋਰ, 2 ਇਜ਼ ਆਫਟਰ ਐਂਡ 3 ਇਜ਼ ਡਿਊਰਿੰਗ ਕਰੋਨਾ। ਸੋ ਕਰੋਨੋਪਿਲ 1 2 3 ਤਿੰਨਾਂ ਜਗ੍ਹਾ ਤੇ ਕਾਮਯਾਬ ਹੈ। ਤੇ ਸਰ ਕਰੋਨਾ ਮਹਾਮਾਰੀ ਦੇ ਦੌਰਾਨ ਜਦ ਮੈਡੀਸਿਨਸ ਆਈਆਂ, ਉਸ ਤੋਂ ਇਲਾਵਾ ਜੇ ਹੋਮ ਰੈਮੀਡੀਜ਼ ਦੀ ਆਪਾਂ ਗੱਲ ਕਰੀਏ, ਬਾਕੀ ਚੀਜ਼ਾਂ ਜੋ ਲੋਕਾਂ ਨੇ ਵੱਖ-ਵੱਖ ਤਰੀਕੇ ਨਾਲ ਸੋਚਦੇ ਰਹੇ ਕਿ ਉਹ ਟਰਾਈ ਕਰਨ ਤੇ ਆਪਣੀ ਇਮਿਊਨਿਟੀ ਨੂੰ ਸਟਰੋਂਗ ਰੱਖਣ ਤੇ ਇਸ ਬਿਮਾਰੀ ਤੋਂ ਬਚੇ ਰਹਿਣ, ਤੇ ਉੱਥੇ ਹੀ ਲੋਕਾਂ ਦੇ ਮਨ ਦੇ ਵਿੱਚ ਇੱਕ ਇਹ ਵੀ ਸਵਾਲ ਆ ਜਾਂਦਾ ਕਿ ਕੋਈ ਮੈਡੀਸਿਨ ਆਈ ਹੋਏਗੀ ਤੇ ਉਹ ਮੈਡੀਸਿਨ ਜਿਹੜੀ ਹੈ ਕਾਫੀ ਉਹਨਾਂ ਦੀ ਜਿਹੜੀ ਕਾਸਟ ਜ਼ਿਆਦਾ ਹੋਏਗੀ, ਉਸਦੀ ਲੋਕਾਂ ਦੀ ਵੱਸੋਂ ਜਿਹੜੀ ਹੈ ਬਾਹਰ ਨਜ਼ਰ ਆਏਗੀ, ਹਰ ਇੱਕ ਆਮ ਵਿਅਕਤੀ ਜਿਹੜੀ ਉਸ ਨੂੰ ਨਹੀਂ ਲੈ ਪਾਏਗਾ। ਤੇ ਇਸ ਨੂੰ ਵੀ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਇਹੀ ਸਵਾਲ ਹੋਏਗਾ ਕਿ ਮੈਡੀਸਿਨ ਤਾਂ ਆ ਗਈ ਕਰੋਨੋਪਿਲ ਬਿਲਕੁਲ, ਤੇ ਇਸ ਨੂੰ ਲੈ ਕੇ ਦਾਅਵੇ ਵੀ ਕੀਤੇ ਜਾ ਰਹੇ ਨੇ। ਲੋਕ ਜਿਹੜੇ ਲੈਣਾ ਚਾਹਣਗੇ ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਹੋਏਗਾ ਕਿ ਹੋ ਸਕਦਾ ਇਹ ਸਾਡੇ ਵੱਸੋਂ ਬਾਹਰ ਹੋਏਗੀ, ਅਸੀਂ ਨਹੀਂ ਲੈ ਪਾਵਾਂਗੇ। ਨਹੀਂ, ਕਾਸਟ ਇਹਦੀ ਅਸੀਂ ਕੋਈ ਜ਼ਿਆਦਾ ਨਹੀਂ, ਕਾਸਟ ਇਹਦੀ ਸਿਰਫ 24 ਰੁਪਏ ਪਰ ਟੈਬਲੇਟ ਹੈ, 24 ਰੁਪੀਸ ਪਰ ਟੈਬਲੇਟ ਟੂ ਦ ਪੇਸ਼ੈਂਟ, MRP ਹੈ ਇਹਦਾ। ਮੇਰਾ ਨਹੀਂ ਖਿਆਲ ਕਿ ਇਸ ਤੋਂ ਥੱਲੇ, ਕਿਉਂਕਿ ਪੂਰਾ ਕਰੋਨਾ ਦਾ ਕਾੜਾ ਪਾਇਆ, ਹਰ ਚੀਜ਼ ਜਿਹੜੀ ਹੈ ਪੂਰੀ ਅਮਾਊਂਟ ਦੇ ਵਿੱਚ ਇਹਦੇ 'ਚ ਪਾਈ ਹੋਈ ਹੈ। ਨਾਲ ਰੈਸਵੈਰਾਟਰੋਲ ਦੀ ਜਿਹੜੀ ਕਾਸਟ ਜ਼ਿਆਦਾ ਹੈ ਕੰਪੈਰੀਟਿਵਲੀ, ਉਹ ਵੀ ਪਰ ਕਾਸਟ ਵੱਲੋਂ ਤੇ ਆਪਾਂ ਕਾਫੀ ਇਕਨੋਮਿਕ ਰੱਖਿਆ ਹੈ। ਐਵਰੀਬਡੀ ਕੈਨ ਅਫੋਰਡ ਇਟ। ਤੇ ਸਰ ਬਿਲਕੁਲ ਇਹ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਲੋਕ ਚਾਹੁੰਦੇ ਹੋਣ ਕਿ ਉਹ ਕਿਸੇ ਤਰੀਕੇ ਨਾਲ ਇਹ ਮੈਡੀਸਿਨ ਜਿਹੜੀ ਹੈ ਬਾਏ ਕਰ ਸਕਣ, ਤੇ ਉਹਨਾਂ ਨੂੰ ਕਿੱਥੋਂ ਅਵੇਲੇਬਲ ਮਿਲੇਗੀ? ਫਿਲਹਾਲ ਕਿਉਂਕਿ ਇਹ ਲਾਂਚਿੰਗ ਪੋਜੀਸ਼ਨ 'ਚ ਜਿਹੜੇ ਮੇਨ ਕੈਮਿਸਟ ਸ਼ਾਪਸ ਹੈਗੇ ਨੇ ਤੁਹਾਡੇ ਏਰੀਆ ਦੇ, ਕਿਸੇ ਵੀ ਏਰੀਆ ਦੀ, ਉੱਥੇ ਅਵੇਲੇਬਲ ਹੋਏਗੀ।
ਬਿਲਕੁਲ ਤੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਕਿਸ ਤਰੀਕੇ ਨਾਲ ਹੱਲੇ ਤੋਂ ਜਿਹੜੀ ਕਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਲੋਕਾਂ ਦੇ ਮਨ ਦੇ ਵਿੱਚ ਡਰ ਹੱਲੇ ਵੀ ਬਰਕਰਾਰ ਹੈ ਕਿਉਂਕਿ ਜਿਹੜੇ ਅਨਲੌਕ ਜਿਹੜਾ ਹੈ ਉਸ ਦੇ ਸਟੈਪਸ ਜ਼ਰੂਰ ਜਾਰੀ ਹੋਏ ਨੇ। ਹੱਲੇ ਜਿਹੜੇ ਕਰੋਨਾ ਦੇ ਕੇਸਿਸ ਘਟਦੇ ਨਜ਼ਰ ਆ ਰਹੇ ਨੇ, ਪਰ ਉੱਥੇ ਹੀ ਤੀਜੀ ਲਹਿਰ ਦੀ ਜਦ ਗੱਲ ਹੁੰਦੀ ਹੈ ਤੇ ਲੋਕਾਂ ਨੂੰ ਡਰ ਜਿਹੜਾ ਇੱਕ ਵਾਰੀ ਫਿਰ ਉਸੇ ਤਰੀਕੇ ਨਾਲ ਸਤਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਇਹੀ ਸਵਾਲ ਹੁੰਦਾ ਕਿ ਉਹ ਆਪਣਾ ਬਚਾਅ ਕਿਵੇਂ ਰੱਖਣ। ਤੇ ਇਸੇ ਦੇ ਚੱਲਦੇ ਮਾਰਕੀਟ ਦੇ ਵਿੱਚ RBI ਲਾਈਫ ਸਾਇੰਸਿਸ ਵੱਲੋਂ ਜਿਹੜੀ ਹੈ ਇੱਕ ਜੋ ਮੈਡੀਸਨ ਜਿਹੜੀ ਹੈ ਲਾਂਚ ਕੀਤੀ ਗਈ ਹੈ, ਬਿਲਕੁਲ ਜਿਸ ਦਾ ਨਾਮ ਰੱਖਿਆ ਗਿਆ ਹੈ ਕਰੋਨੋਪਿਲ, ਤੇ ਜਿਸ ਨੂੰ ਲੈ ਕੇ ਇਹ ਗੱਲ ਹੋ ਰਹੀ ਹੈ ਕਿ ਕਿਤੇ ਨਾ ਕਿਤੇ ਲੋਕਾਂ ਦਾ ਬਚਾਅ ਕਰੇਗੀ। ਜਿਸ ਨੂੰ ਕਰੋਨਾ ਨਹੀਂ ਹੋਇਆ ਉਸ ਦਾ ਵੀ, ਉਸ ਤੋਂ ਇਲਾਵਾ ਜਿਸ ਨੂੰ ਕਰੋਨਾ ਹੋ ਗਿਆ ਯਾਨੀ ਕਿ ਡਿਊਰਿੰਗ ਕੋਵਿਡ ਉਸ ਦਾ ਵੀ, ਤੇ ਉਸ ਤੋਂ ਬਾਅਦ ਪੋਸਟ ਕੋਵਿਡ ਜੋ ਲੋਕਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਤੇ ਕਿਤੇ ਨਾ ਕਿਤੇ ਇਹ ਮੈਡੀਸਨ ਜਿਹੜੀ ਹੈ ਲੋਕਾਂ ਲਈ ਕਾਫੀ ਜਿਹੜੀ ਹੈ ਰਾਹਤ ਵਾਲੀ ਖਬਰ ਹੋਏਗੀ ਕਿ ਇਹ ਮੈਡੀਸਨ ਅਗਰ ਮਾਰਕੀਟ ਦੇ ਵਿੱਚ ਆ ਰਹੀ ਹੈ ਤੇ ਹੋ ਸਕਦਾ ਹੈ ਇਹ ਮੈਡੀਸਨ ਵੀ ਲੋਕਾਂ ਦੇ ਲਈ ਕਾਫੀ ਹੱਦ ਤੱਕ ਕਾਰਗਰ ਸਾਬਿਤ ਹੋਵੇਗੀ। ਕੈਮਰਾਮੈਨ ਬਲਜਿੰਦਰ ਸਿੰਘ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।